ਮੇਰੀ ਪਤਨੀ ਹਰ ਰੋਜ਼ ਸਵੇਰੇ ਮੈਨੂੰ ਮਜ਼ੇਦਾਰ ਨਾਸ਼ਤਾ ਬਣਾ ਕੇ ਦਿੰਦੀ ਸੀ। ਪਰ ਉਸ ਸਮੇਂ ਮੈਂ ਬਹੁਤ ਹੈਰਾਨ ਹੁੰਦਾ ਸੀ ਜਦੋਂ ਉਹ 40 ਰੋਟੀਆਂ ਬਣਾ ਕੇ ਸਾਈਡ ਤੇ ਰੱਖ ਲੈਂਦੀ, ਜਿਸ ਵਿੱਚੋਂ ਮੈਨੂੰ ਸਿਰਫ 2 ਰੋਟੀਆਂ ਹੀ ਦਿੰਦੀ। ਜਦੋਂ ਮੈਂ ਇੰਨੀਆਂ ਰੋਟੀਆਂ ਦਾ ਪੁੱਛਦਾ ਤਾਂ ਕਹਿੰਦੀ ਇਹ ਸਭ ਤਾਂ ਮੈਂ ਖਾਵਾਂਗੀ। ਮੈਨੂੰ ਹੈਰਾਨੀ ਦਾ ਬਹੁਤ ਵੱਡਾ ਝਟਕਾ ਲੱਗਦਾ ਕਿਉਂਕਿ ਉਹ ਬਹੁਤ ਦੁਬਲੀ ਪਤਲੀ ਸੀ। ਭਲਾ ਇਦਾਂ ਕਿੱਦਾਂ ਖਾ ਸਕਦੀ ਸੀ? ਮੈਂ ਅੱਜ ਸੋਚ ਲਿਆ ਸੀ ਕਿ ਰਾਜ ਜਾਣ ਕੇ ਹੀ ਦਮ ਲਵਾਂਗਾ। ਇਦਾਂ ਮੈਂ ਆਪਣੇ ਬੈੱਡ ਦੇ ਹੇਠਾਂ ਲੁਕ ਕੇ ਸੌ ਗਿਆ। ਪਰ ਉਸ ਸਮੇਂ ਤਾਂ ਜਾਨ ਹੀ ਨਿਕਲ ਗਈ ਜਦੋਂ ਕਮਰੇ ਵਿੱਚ 40 ਮੈਂ ਆਫਿਸ ਜਾਣ ਦੇ ਲਈ ਤਿਆਰ ਹੋ ਕੇ ਆਇਆ ਤੇ ਇਹ ਦੇਖ ਕੇ ਹੈਰਾਨ ਰਹਿ ਗਿਆ ਕਿ ਮੇਰੀ ਪਤਨੀ ਮੇਰਾ ਨਾਸ਼ਤਾ ਬਣਾ ਕੇ ਸਾਈਡ ਤੇ ਰੱਖ ਚੁੱਕੀ ਸੀ। ਹੁਣ ਉਹ 40 ਪੇੜੇ ਕਰ ਰਹੀ ਸੀ। ਮੈਂ ਉਸਦੇ ਵੱਲ ਦੇਖ ਕੇ ਬੋਲਿਆ, ਰਮਾ ਇਹ ਕੀ ਹੈ? ਇੰਨੀਆਂ ਜ਼ਿਆਦਾ ਰੋਟੀਆਂ ਦਾ ਕੀ ਕਾਰਨ ਹੈ? ਉਹ ਮੈਨੂੰ ਦੇਖ ਕੇ ਨਜ਼ਰਾਂ ਚੁਰਾ ਗਈ ਸੀ ਅਤੇ ਬੋਲੀ, ਖਾਣੀਆਂ ਨੇ, ਮੈਨੂੰ ਬਹੁਤ ਭੁੱਖ ਲੱਗਦੀ ਹੈ। ਘੱਟ ਖਾਣਾ ਖਾਣ ਨਾਲ ਚੱਕਰ ਆਉਣ ਲੱਗ ਪੈਂਦੇ ਹਨ। ਮੈਂ ਸਿਰ ਤਾਂ ਹਿਲਾ ਦਿੱਤਾ ਸੀ ਪਰ ਮੈਨੂੰ ਇਹ ਗੱਲ ਹਜਮ ਨਹੀਂ ਹੋ ਰਹੀ ਸੀ। ਮੇਰੀ ਪਤਨੀ ਬਹੁਤ ਘੱਟ ਉਮਰ ਦੀ ਦੁਬਲੀ ਪਤਲੀ ਜਿਹੀ ਸੀ। ਉਸਦੇ ਵੱਲ ਦੇਖ ਕੇ ਲੱਗਦਾ ਸੀ ਸ਼ਾਇਦ ਉਹ 1 ਰੋਟੀ ਹੀ ਖਾ ਸਕਦੀ ਹੋਵੇ, ਪਰ 40 ਰੋਟੀਆਂ। ਮੈਂ ਚੁੱਪ ਹੋ ਗਿਆ ਸੀ ਕਿਉਂਕਿ ਮੇਰਾ ਵਿਆਹ ਨਵਾਂ ਹੋਇਆ ਸੀ। ਇਹ ਡਰ ਸੀ ਕਿਤੇ ਪਤਨੀ ਨਾਰਾਜ਼ ਹੀ ਨਾ ਹੋ ਜਾਵੇ ਤੇ ਕਹੇ ਪਤੀ ਤਾਂ ਰੋਟੀਆਂ ਗਿਣਦਾ ਹੈ। ਮੈਂ ਚੁੱਪ ਕਰਕੇ ਨਾਸ਼ਤਾ ਕੀਤਾ ਤੇ ਉੱਠ ਖੜਾ ਹੋ ਗਿਆ। ਮੈਂ ਆਪਣੀ ਬਿਮਾਰ ਮਾਂ ਦੇ ਕਮਰੇ ਵਿੱਚ ਆ ਗਿਆ ਸੀ। ਮੈਂ ਉਹਨਾਂ ਨੂੰ ਮਿਲ ਕੇ ਬਾਹਰ ਆਇਆ ਤੇ ਰਮਾ ਨੂੰ ਖਾਸ ਹਿਦਾਇਤ ਦਿੱਤੀ ਕਿ ਮੇਰੀ ਮਾਂ ਦਾ ਖਿਆਲ ਰੱਖਣਾ। ਮੇਰੀ ਮਾਂ 7 ਮਹੀਨਿਆਂ ਤੋਂ ਬਿਸਤਰੇ ਤੇ ਪਈ ਸੀ। ਇੱਕ ਦਿਨ ਉਹਨਾਂ ਦਾ ਬਲੱਡ ਪ੍ਰੈਸ਼ਰ ਤੇ ਸ਼ੂਗਰ ਇਸ ਕਦਰ ਹਾਵੀ ਹੋ ਗਿਆ ਕਿ ਉਹਨਾਂ ਨੂੰ ਅਟੈਕ ਹੋ ਗਿਆ, ਜਿਸ ਨਾਲ ਉਹ ਮੰਜੇ ਤੇ ਪੈ ਗਈ। ਉਹਨਾਂ ਦੀ ਜ਼ੁਬਾਨ ਤੇ ਵੀ ਅਟੈਕ ਨੇ ਅਸਰ ਕੀਤਾ ਸੀ। ਉਹ ਬੋਲਦੀ ਤਾਂ ਸੀ ਪਰ ਉਸ ਦੀਆਂ ਗੱਲਾਂ ਸਮਝ ਨਹੀਂ ਆਉਂਦੀਆਂ ਸੀ। 1 ਹਫ਼ਤੇ ਦੀ ਛੁੱਟੀ ਗੁਜ਼ਾਰ ਕੇ ਮੈਂ ਆਫਿਸ ਆ ਗਿਆ ਸੀ। ਨਵਾਂ ਵਿਆਹ, ਪਤਨੀ ਦੀ ਯਾਦ ਵੀ ਸਤਾ ਰਹੀ ਸੀ ਤੇ ਮਾਂ ਦਾ ਖਿਆਲ ਵੀ ਬੇਚੈਨ ਕਰ ਰਿਹਾ ਸੀ। ਮੈਂ ਰਮਾ ਨੂੰ ਫੋਨ ਕੀਤਾ ਪਰ ਉਸਨੇ ਮੇਰੀ ਕਾਲ ਰਿਸੀਵ ਨਾ ਕੀਤੀ। ਮੈਂ ਦੂਜੀ ਵਾਰ ਫੇਰ ਕਾਲ ਕੀਤੀ ਪਰ ਇਸ ਵਾਰ ਵੀ ਮੈਨੂੰ ਨਾਕਾਮੀ ਦਾ ਹੀ ਮੂੰਹ ਦੇਖਣਾ ਪਿਆ। ਮੈਨੂੰ ਬਹੁਤ ਗੁੱਸਾ ਆਇਆ। ਮੇਰੇ ਕਲੀਗਸ ਦੇ ਵਿਆਹਾਂ ਨੂੰ 6-6 ਸਾਲ ਹੋ ਗਏ ਸੀ ਪਰ ਉਹਨਾਂ ਦੀਆਂ ਪਤਨੀਆਂ ਦੇ ਤਾਂ ਫੋਨ ਆਉਂਦੇ ਹੀ ਰਹਿੰਦੇ ਸੀ। ਇੱਕ ਮੇਰੀ ਪਤਨੀ ਸੀ, ਕਿੰਨੀ ਰੁੱਖੀ ਫਿੱਕੀ ਜਿਹੀ ਨਿਕਲੀ ਸੀ। ਮੇਰਾ ਦਿਲ ਉਦਾਸ ਹੋ ਗਿਆ। ਮੈਂ ਬੜੀ ਬੇਦਿਲੀ ਨਾਲ ਸਾਰਾ ਕੰਮ ਨਿਬੇੜਿਆ। ਸ਼ਾਮ ਪਈ ਤਾਂ ਘਰ ਵਾਪਸ ਆਇਆ ਤਾਂ ਮੈਨੂੰ ਰਮਾ ਕਿਤੇ ਵੀ ਨਜ਼ਰ ਨਹੀਂ ਸੀ ਆ ਰਹੀ। ਮੈਂ ਮਾਂ ਦੇ ਕੋਲ ਆਇਆ ਤਾਂ ਉਹਨਾਂ ਦਾ ਬਿਸਤਰਾ ਤੇ ਕੱਪੜੇ ਸਾਫ਼ ਸੁਥਰੇ ਸੀ। ਦਵਾਈ ਉਹ ਖਾ ਚੁੱਕੀ ਸੀ ਤਾਂ ਹੀ ਤਾਂ ਸੌਂ ਰਹੀ ਸੀ। ਮੈਂ ਉੱਠ ਕੇ ਵਾਪਸ ਆਪਣੇ ਕਮਰੇ ਵਿੱਚ ਆ ਗਿਆ। ਮੇਰਾ ਕਮਰਾ ਹਨੇਰੇ ਵਿੱਚ ਡੁੱਬਿਆ ਹੋਇਆ ਸੀ। ਮੈਂ ਬੱਤੀ ਜਗਾ ਕੇ ਦੇਖਿਆ ਤਾਂ ਰਮਾ ਮੰਜੇ ਤੇ ਆਡੀ ਟੇਢੀ ਜਿਹੀ ਲੰਮੇ ਪਈ ਸੀ। ਉਹ ਖੂਬ ਗਹਿਰੀ ਨੀਂਦ ਵਿੱਚ ਸੀ। ਮੈਂ ਆ ਕੇ ਬਾਹਰ ਬੈਠ ਗਿਆ ਤੇ ਕਾਫੀ ਦੇਰ ਇੰਤਜ਼ਾਰ ਕਰਦਾ ਰਿਹਾ ਸੀ, ਸ਼ਾਇਦ ਰਮਾ ਜਾਗ ਪਵੇ, ਪਰ ਉਹ ਉੱਠਣ ਦਾ ਨਾਂ ਹੀ ਨਹੀਂ ਸੀ ਲੈ ਰਹੀ। ਮੈਂ ਕੱਪੜੇ ਬਦਲੇ ਅਤੇ ਬਾਹਰ ਪਾਰਕ ਵਿੱਚ ਚਲਾ ਗਿਆ। ਮੈਂ ਉੱਥੇ ਬੜੀ ਦੇਰ ਤੱਕ ਉੱਥੇ ਚਹਿਲ ਕਦਮੀ ਕਰਦਾ ਰਿਹਾ ਤੇ ਖੁਦ ਨੂੰ ਤਸੱਲੀ ਦਿੰਦਾ ਰਿਹਾ। ਦਰਅਸਲ ਮੈਂ ਗੁੱਸੇ ਦਾ ਬਹੁਤ ਤੇਜ਼ ਸੀ। ਜਦੋਂ ਮੈਨੂੰ ਗੁੱਸਾ ਆ ਜਾਂਦਾ ਤਾਂ ਕੰਟਰੋਲ ਕਰਨਾ ਮੁਸ਼ਕਿਲ ਹੋ ਜਾਂਦਾ। ਅੱਜ ਮੈਨੂੰ ਆਪਣੀ ਪਤਨੀ ਦੀ ਇਸ ਹਰਕਤ ਤੇ ਬਹੁਤ ਗੁੱਸਾ ਆ ਰਿਹਾ ਸੀ। ਰਾਤ ਦੇ 10 ਵੱਜ ਗਏ ਤਾਂ ਮੇਰਾ ਗੁੱਸਾ ਠੰਡਾ ਪੈ ਚੁੱਕਿਆ ਸੀ। ਹੁਣ ਮੈਨੂੰ ਖੁਦ ਤੇ ਅਫਸੋਸ ਹੋਣ ਲੱਗ ਪਿਆ ਸੀ ਕਿ ਕਿੰਨੀ ਦੇਰ ਤੋਂ ਮੈਂ ਪਾਰਕ ਆਇਆ ਹੋਇਆ ਹਾਂ। ਘਰ ਵਿੱਚ ਰਮਾ ਪਰੇਸ਼ਾਨ ਹੋ ਰਹੀ ਹੋਵੇਗੀ। ਮੈਂ ਜਲਦੀ ਨਾਲ ਵਾਪਸ ਦੀ ਰਾਹ ਲਈ ਤੇ ਮੈਂ ਰਸਤੇ ਵਿੱਚ ਰਮਾ ਦੇ ਲਈ ਗਜਰੇ ਵੀ ਲੈ ਲਏ ਸੀ। ਬੜੀ ਗਹਿਰੀ ਮੁਸਕਰਾਹਟ ਮੇਰੇ ਲਬਾਂ ਨੂੰ ਚਿਪਕੀ ਹੋਈ ਸੀ। ਮੈਂ ਘਰ ਦਾ ਗੇਟ ਖੋਲ੍ਹਿਆ ਤਾਂ ਇੱਕ ਵਾਰੀ ਫਿਰ ਤੋਂ ਖਾਮੋਸ਼ੀ ਨੇ ਹੀ ਮੇਰਾ ਸਵਾਗਤ ਕੀਤਾ ਸੀ। ਮੈਂ ਰਮਾ ਦੇ ਕਮਰੇ ਵਿੱਚ ਗਿਆ ਤਾਂ ਉਹ ਬਹੁਤ ਗਹਿਰੀ ਨੀਂਦ ਵਿੱਚ ਸੋ ਰਹੀ ਸੀ। ਇਹ ਦੇਖ ਕੇ ਤਾਂ ਮੇਰਾ ਮੂਡ ਹੀ ਖਰਾਬ ਹੋ ਗਿਆ ਸੀ ਕਿ ਰਮਾ ਤਾਂ ਬਹੁਤ ਸਕੂਨ ਨਾਲ ਸੌਂ ਰਹੀ ਸੀ। ਇਹਦਾ ਮਤਲਬ ਉਸਨੂੰ ਪਤਾ ਹੀ ਨਹੀਂ ਕਿ ਮੈਂ ਪਿਛਲੇ 4 ਘੰਟਿਆਂ ਤੋਂ ਪਾਰਕ ਵਿੱਚ ਸੀ। ਮੈਂ ਅੱਗੇ ਵਧਿਆ ਤਾਂ ਟੇਬਲ ਤੇ ਮੈਨੂੰ ਇੱਕ ਚਿੱਠ ਪਈ ਨਜ਼ਰ ਆਈ। ਉੱਤੇ ਲਿਖਿਆ ਹੋਇਆ ਸੀ, ਤੁਹਾਡਾ ਖਾਣਾ ਰਸੋਈ ਵਿੱਚ ਹੈ, ਜਾ ਕੇ ਖਾਣ ਲੈਣਾ। ਮੈਂ ਉਸ ਚਿੱਠ ਨੂੰ ਪਾੜ ਕੇ ਸੁੱਟ ਦਿੱਤਾ ਤੇ ਗਜਰੇ ਵੀ ਡਸਟਬਿਨ ਵਿੱਚ ਸੁੱਟ ਦਿੱਤੇ। ਮੈਂ ਵੀ ਸੌਣ ਦੇ ਲਈ ਲੇਟ ਗਿਆ ਸੀ। ਸਵੇਰੇ ਮੇਰੀ ਅੱਖ ਰਮਾ ਦੀ ਆਵਾਜ਼ ਨਾਲ ਖੁੱਲੀ ਸੀ। ਉਹ ਮੈਨੂੰ ਆਫਿਸ ਦੇ ਲਈ ਜਗਾ ਰਹੀ ਸੀ।
ਮੈਂ ਜਲਦੀ ਨਾਲ ਉੱਠ ਬੈਠਿਆ ਤੇ ਨਹਾ ਧੋ ਕੇ ਬਾਹਰ ਆ ਗਿਆ। ਰਮਾ ਬੜੀ ਬਿਜ਼ੀ ਅੰਦਾਜ਼ ਵਿੱਚ ਰੋਟੀਆਂ ਬਣਾ ਰਹੀ ਸੀ। 30 ਰੋਟੀਆਂ ਉਹ ਬਣਾ ਚੁੱਕੀ ਸੀ। ਉਸ ਵਿੱਚੋਂ 2 ਰੋਟੀਆਂ ਕੱਢ ਕੇ ਮੈਨੂੰ ਦੇ ਦਿੱਤੀਆਂ ਤੇ ਫਿਰ 2 ਰੋਟੀਆਂ ਬਣਾਉਣ ਲੱਗ ਪਈ ਸੀ। ਮੈਂ ਦੇਖ ਰਿਹਾ ਸੀ ਕਿ ਰਮਾ ਮੇਰੇ ਨਾਲ ਕੋਈ ਗੱਲ ਕਰੇਗੀ, ਪਰ ਉਹ ਚੁੱਪ ਹੀ ਰਹੀ। ਇਸ ਕਰਕੇ ਮੈਂ ਵੀ ਕੋਈ ਗੱਲ ਕੀਤੇ ਬਿਨਾਂ ਚੁੱਪ ਕਰਕੇ ਬਾਹਰ ਨਿਕਲ ਆਇਆ ਸੀ। ਆਫਿਸ ਆ ਕੇ ਵੀ ਮੇਰਾ ਦਿਲ ਦੁਖੀ ਸੀ, ਉਦਾਸ ਹੀ ਨਹੀਂ। ਨਾ ਜਾਣੇ ਮੇਰੀ ਪਤਨੀ ਅਜਿਹਾ ਕਿਉਂ ਕਰ ਰਹੀ ਸੀ। ਉਹ ਮੈਨੂੰ ਦਿਮਾਗੀ ਤੌਰ ਤੇ ਬਿਮਾਰ ਲੱਗ ਰਹੀ ਸੀ, ਤਾਂ ਹੀ ਤਾਂ 40 ਰੋਟੀਆਂ ਬਣਾਉਂਦੀ ਸੀ। ਮੈਂ ਸੋਚਿਆ ਅੱਜ ਜਾ ਕੇ ਦੇਖਾਂਗਾ ਆਖਿਰ ਉਹ ਇਹਨਾਂ ਰੋਟੀਆਂ ਦਾ ਕੀ ਕਰਦੀ ਹੈ। ਜ਼ਾਹਿਰ ਜਿਹੀ ਗੱਲ ਹੈ ਕਿ ਉਹ ਖਾ ਤਾਂ ਸਕਦੀ ਨਹੀਂ ਸੀ, ਫਿਰ ਇੱਧਰ ਉੱਧਰ ਸੁੱਟ ਕੇ ਰਿਜ਼ਕ ਹੀ ਖਰਾਬ ਕਰਦੀ ਹੋਣੀ ਹੈ। ਸਾਰਾ ਦਿਨ ਆਫਿਸ ਵਿੱਚ ਮੈਂ ਰਮਾ ਦੀ ਕਾਲ ਦੀ ਉਡੀਕ ਕਰਦਾ ਰਿਹਾ, ਪਰ ਉਸਨੇ ਤਾਂ ਇੱਕ ਮੈਸੇਜ ਕਰਨਾ ਵੀ ਜ਼ਰੂਰੀ ਨਹੀਂ ਸਮਝਿਆ ਸੀ। ਸ਼ਾਮ 6 ਵਜੇ ਘਰ ਆ ਗਿਆ ਤਾਂ ਮਾਂ ਮੈਨੂੰ ਸਾਫ਼ ਸੁਥਰੀ ਹਾਲਤ ਵਿੱਚ ਦਿਖੀ, ਪਰ ਅੱਜ ਉਹ ਸੁੱਤੀ ਨਹੀਂ ਸੀ, ਜਾਗ ਹੀ ਰਹੀ ਸੀ। ਮੈਂ ਜਾ ਕੇ ਉਹਨਾਂ ਦੇ ਕੋਲ ਬੈਠ ਗਿਆ ਤੇ ਗੱਲਾਂ ਕਰਨ ਲੱਗ ਪਿਆ। ਮਾਂ, ਤੁਹਾਡੀ ਨੂੰਹ ਕਿੱਦਾਂ ਦੀ ਹੈ? ਰਮਾ ਤੁਹਾਡਾ ਖਿਆਲ ਤਾਂ ਰੱਖਦੀ ਹੈ ਨਾ? ਮੈਂ ਆਪਣੀ ਮਾਂ ਨੂੰ ਆਪਣੀ ਪਤਨੀ ਦੇ ਆਸਰੇ ਛੱਡ ਕੇ ਜਾਂਦਾ ਸੀ, ਹੁਣ ਪੁੱਛਣਾ ਤਾਂ ਮੇਰਾ ਹੀ ਫਰਜ਼ ਸੀ ਨਾ। ਮਾਂ ਨੇ ਜਦੋਂ ਰਮਾ ਦੇ ਮੁਤਾਬਿਕ ਗੱਲ ਸੁਣੀ ਤਾਂ ਉਹ ਰੋਣ ਲੱਗ ਪਈ ਸੀ। ਉਹ ਆਪਣੀ ਥਥਲਾਈ ਜਿਹੀ ਆਵਾਜ਼ ਵਿੱਚ 40-40 ਕਹਿ ਰਹੀ ਸੀ। ਅੱਗੇ ਨਾ ਜਾਣੇ ਉਹ ਕੀ ਕਹਿਣਾ ਚਾਹੁੰਦੀ ਸੀ। ਮੈਨੂੰ ਕੁਝ ਸਮਝ ਨਹੀਂ ਆਇਆ ਸੀ, ਪਰ ਮੈਂ ਮਾਂ ਦੇ ਅਥਰੂ ਦੇਖ ਕੇ ਸਮਝ ਗਿਆ ਸੀ ਕਿ ਕੁਝ ਨਾ ਕੁਝ ਤਾਂ ਗੜਬੜ ਜ਼ਰੂਰ ਹੈ। ਮੈਂ ਆਪਣੇ ਕਮਰੇ ਵਿੱਚ ਗਿਆ ਤਾਂ ਰਮਾ ਨੂੰ ਸੌਂਦੇ ਹੋਏ ਪਾਇਆ। ਮੈਂ ਬਾਹਰ ਨਿਕਲ ਆਇਆ ਤੇ ਰਸੋਈ ਦੇ ਸਾਰੇ ਕੈਬਿਨ ਖੋਲ੍ਹ ਕੇ ਦੇਖੇ, ਪਰ ਉੱਥੇ ਮੈਨੂੰ ਰੋਟੀਆਂ ਨਜ਼ਰ ਨਹੀਂ ਆਈਆਂ ਸੀ। ਫਿਰ ਮੈਂ ਸਟੋਰ ਰੂਮ ਚੈੱਕ ਕੀਤਾ। ਮੈਂ ਘਰ ਦਾ ਕੋਨਾ-ਕੋਨਾ ਛਾਣ ਮਾਰਿਆ ਸੀ, ਪਰ ਮੈਨੂੰ ਕੋਈ ਰੋਟੀ ਨਜ਼ਰ ਨਹੀਂ ਆਈ ਸੀ। ਮੈਂ ਘਰ ਦਾ ਰਾਸ਼ਨ ਚੈੱਕ ਕੀਤਾ ਤਾਂ ਉਹ ਵੀ ਉੱਦਾਂ ਦਾ ਉੱਦਾਂ ਹੀ ਪਿਆ ਸੀ। ਇਸ ਦਾ ਮਤਲਬ ਹਰ ਰੋਜ਼ ਇੰਨੀਆਂ ਰੋਟੀਆਂ ਬਣਾਉਣ ਦੇ ਬਾਵਜੂਦ ਕਿਸੇ ਸਮਾਨ ਦੀ ਕਮੀ ਨਹੀਂ ਆਈ ਸੀ। ਮੈਨੂੰ ਦਾਲ ਵਿੱਚ ਕੁਝ ਕਾਲਾ ਲੱਗ ਰਿਹਾ ਸੀ। ਨਾ ਜਾਣੇ ਰਮਾ ਨੂੰ ਘਰ ਦਾ ਰਾਸ਼ਨ ਕੌਣ ਲਿਆ ਕੇ ਦਿੰਦਾ ਸੀ। ਮੈਂ ਇੱਕ ਫੈਸਲਾ ਕੀਤਾ ਤੇ ਆਪਣੀ ਵੱਡੀ ਭੈਣ ਨੂੰ ਫੋਨ ਕਰਕੇ ਘਰ ਬੁਲਾ ਲਿਆ ਸੀ। ਉਹਨਾਂ ਦੇ ਸਹੁਰਿਆਂ ਦਾ ਪਿੰਡ ਜ਼ਿਆਦਾ ਦੂਰ ਨਹੀਂ ਸੀ। ਸਹੁਰਾ ਪਰਿਵਾਰ ਵਾਲੇ ਵੀ ਬਹੁਤ ਚੰਗੇ ਸੀ, ਕੋਈ ਰੋਕ ਟੋਕ ਨਹੀਂ ਕਰਦੇ ਸੀ। ਇਸ ਕਰਕੇ ਉਹ ਆਂਦੀ ਜਾਂਦੀ ਰਹਿੰਦੀ ਸੀ। ਮੇਰੀ ਭੈਣ ਆਪਣੇ 2 ਬੱਚਿਆਂ ਦੇ ਨਾਲ ਘਰ ਆ ਕੇ ਬੈਠ ਗਈ ਸੀ। ਮੈਂ ਉਹਨਾਂ ਨੂੰ ਕਿਹਾ ਕਿ ਮੈਂ ਤੁਹਾਨੂੰ ਮਾਂ ਦੀ ਦੇਖਭਾਲ ਦੇ ਲਈ ਬੁਲਾਇਆ ਹੈ। ਦੀਦੀ ਦੇ ਤੇਵਰ ਬਦਲ ਗਏ ਤੇ ਕਹਿਣ ਲੱਗੀ, ਕੀ ਗੱਲ ਸ਼ੇਖਰ ਪਤਨੀ ਨੂੰ ਆਰਾਮ ਕਰਨ ਲਈ ਲਿਆਂਦਾ ਹੈ, ਉਹ ਖਿਆਲ ਨਹੀਂ ਰੱਖ ਸਕਦੀ ਤੇਰੀ ਮਾਂ ਦਾ? ਮੈਂ ਕਿਹਾ, ਦੀਦੀ ਮੈਂ ਤਾਂ ਖੁਦ ਉਲਝਿਆ ਹੋਇਆ ਹਾਂ, ਮੇਰੀ ਸਮਝ ਵਿੱਚ ਕੁਝ ਨਹੀਂ ਆ ਰਿਹਾ। ਦੀਦੀ ਚੁੱਪ ਕਰ ਗਈ ਸੀ। ਰਮਾ ਨੂੰ ਦੀਦੀ ਦੇ ਆਉਣ ਦਾ ਪਤਾ ਚੱਲਿਆ ਤਾਂ ਉਹ ਬਹੁਤ ਖੁਸ਼ ਹੋਈ। ਉਸਨੇ ਖੂਬ ਬੰਦੋਬਸਤ ਕਰਕੇ ਖਾਣਾ ਬਣਾਇਆ ਸੀ। ਮੈਂ ਖੁਸ਼ ਸੀ। ਚਲੋ, ਰਮਾ ਮੇਰੇ ਨਾਲ ਜੁੜੇ ਰਿਸ਼ਤੇ ਦੀ ਤਾਂ ਇੱਜ਼ਤ ਖਿਆਲ ਰੱਖਦੀ ਹੈ। ਖਾਣਾ ਬਣਾਉਣ ਤੋਂ ਵਿਹਲੀ ਹੋ ਕੇ ਰਮਾ ਰਸੋਈ ਵਿੱਚ ਚਲੀ ਗਈ। ਜਦੋਂ ਉਹ ਵਾਪਸ ਆਈ ਤਾਂ ਉਸ ਦੇ ਹੱਥ ਵਿੱਚ 2 ਟਿਫਨ ਸੀ, ਇੱਕ ਵਿੱਚ ਸਬਜ਼ੀ ਸੀ ਤੇ ਇੱਕ ਵਿੱਚ ਬਿਰਿਆਨੀ। ਉਹ ਬੋਲੀ, ਦੀਦੀ ਇਹ ਮੈਂ ਤੁਹਾਡੇ ਪਤੀ ਦੇ ਲਈ ਭੇਜ ਰਹੀ ਹਾਂ, ਘਰ ਜਾ ਕੇ ਉਹਨਾਂ ਨੂੰ ਗਰਮ ਕਰਕੇ ਖਵਾ ਦਿਓ। ਦੀਦੀ ਨੇ ਪਿੱਛੇ ਮੁੜ ਕੇ ਘੂਰ ਕੇ ਮੇਰੇ ਵੱਲ ਦੇਖਿਆ ਤੇ ਬੋਲੀ, ਸ਼ੇਖਰ ਲੱਗਦਾ ਹੈ ਤੂੰ ਆਪਣੀ ਪਤਨੀ ਨੂੰ ਦੱਸਿਆ ਨਹੀਂ ਕਿ ਮੈਂ ਇੱਥੇ ਕੁਝ ਦਿਨ ਰਹਿਣ ਆਈ ਹਾਂ। ਮੈਂ ਆਪਣੀ ਮਾਂ ਦੀ ਖਿਦਮਤ ਕਰਨ ਲਈ ਆਈ ਹਾਂ। ਰਮਾ ਅੱਗੇ ਵਧੀ ਤੇ ਬੋਲੀ, ਦੀਦੀ ਮੈਂ ਮਰ ਗਈ ਹਾਂ ਜੋ ਤੁਸੀਂ ਆਪਣਾ ਘਰ-ਬਾਰ ਛੱਡ ਕੇ ਆਪਣੀ ਮਾਂ ਦੀ ਖਿਦਮਤ ਕਰਨ ਲਈ ਆ ਗਏ ਹੋ। ਤੁਸੀਂ ਆਪਣੇ ਘਰ ਜਾਓ ਤਾਂ ਕਿ ਤੁਹਾਡੇ ਸਹੁਰਾ ਪਰਿਵਾਰ ਨੂੰ ਕੋਈ ਗੱਲ ਕਰਨ ਦਾ ਮੌਕਾ ਨਾ ਮਿਲੇ। ਮੈਂ ਇਸ ਘਰ ਨੂੰ ਸੰਭਾਲ ਸਕਦੀ ਹਾਂ। ਮੈਂ ਤਾਂ ਹੱਕਾ ਬੱਕਾ ਖੜਾ ਹੋ ਕੇ ਰਮਾ ਨੂੰ ਦੇਖ ਰਿਹਾ ਸੀ। ਉਹ ਤਾਂ ਬਹੁਤ ਡਰਪੋਕ ਜਿਹੀ ਲੜਕੀ ਸੀ। ਅੱਜ ਸ਼ੇਰਨੀ ਕਿੱਦਾਂ ਬਣੀ ਹੋਈ ਸੀ। ਮੇਰੀ ਭੈਣ ਦਾ ਮੂੰਹ ਬਣ ਗਿਆ ਸੀ। ਉਹ ਕੁਝ ਵੀ ਬੋਲੇ ਕਹੇ ਬਿਨਾਂ ਆਪਣੇ ਬੱਚਿਆਂ ਨੂੰ ਚੁੱਕ ਕੇ ਮਾਂ ਦੇ ਕਮਰੇ ਵਿੱਚ ਚਲੀ ਗਈ। ਯਾਨੀ ਕਿ ਇਹ ਉਹਨਾਂ ਦੇ ਵੱਲੋਂ ਇਸ਼ਾਰਾ ਸੀ ਕਿ ਘਰ ਤਾਂ ਮੈਂ ਵੀ ਜਾਣ ਵਾਲੀ ਨਹੀਂ ਸੀ। ਮੈਂ ਜਦੋਂ ਕਮਰੇ ਵਿੱਚ ਆਇਆ ਤਾਂ ਰਮਾ ਗੁਬਾਰੇ ਵਾਂਗ ਮੂੰਹ ਫੁਲਾ ਕੇ ਬੈਠੀ ਸੀ। ਮੈਂ ਪੁੱਛਿਆ, ਤੈਨੂੰ ਕੀ ਹੋਇਆ? ਉਹ ਰੁੱਖੇ ਜਿਹੇ ਅੰਦਾਜ਼ ਵਿੱਚ ਬੋਲੀ, ਤੁਸੀਂ ਦੀਦੀ ਨੂੰ ਘਰ ਬੁਲਾ ਕੇ ਮੈਨੂੰ ਮੇਰੀਆਂ ਹੀ ਨਜ਼ਰਾਂ ਵਿੱਚ ਗਿਰਾ ਦਿੱਤਾ। ਕੀ ਮੈਂ ਮਾਂ ਦਾ ਖਿਆਲ ਨਹੀਂ ਰੱਖ ਸਕਦੀ? ਤੁਸੀਂ ਹੁਣੀ ਇਸੇ ਵਕਤ ਦੀਦੀ ਨੂੰ ਘਰ ਭੇਜੋ। ਮੈਂ ਵੀ ਗੁੱਸੇ ਨਾਲ ਕਿਹਾ, ਤੈਨੂੰ ਸੌਣ ਤੋਂ ਫੁਰਸਤ ਮਿਲੇਗੀ ਤਾਂ ਹੀ ਤਾਂ ਤੂੰ ਮੇਰੀ ਮਾਂ ਦਾ ਖਿਆਲ ਰੱਖੇਂਗੀ। ਰਮਾ ਪਰੇਸ਼ਾਨ ਹੋ ਗਈ ਸੀ। ਉਹ ਬੋਲੀ,
ਕੱਲ ਤਾਂ ਮੈਂ ਬਹੁਤ ਥੱਕ ਗਈ ਸੀ, ਇਸ ਕਰਕੇ ਸੌਂ ਗਈ ਸੀ। ਅੱਗੇ ਤੋਂ ਇਦਾਂ ਕਦੀ ਨਹੀਂ ਹੋਵੇਗਾ। ਮੈਂ ਕਿਹਾ ਅੱਛਾ ਠੀਕ ਹੈ, ਕੁਝ ਦਿਨ ਸਬਰ ਕਰ ਲਓ, ਮੈਂ ਦੀਦੀ ਨੂੰ ਵਾਪਸ ਭੇਜ ਦਿਆਂਗਾ। ਪਰ ਰਮਾ ਤਾਂ ਹੱਥ ਤੇ ਸਰੋਂ ਜਮਾ ਕੇ ਬੈਠੀ ਸੀ। ਉਸਨੇ ਇੱਕ ਹੀ ਰੱਟ ਲਗਾਈ ਹੋਈ ਸੀ ਕਿ ਦੀਦੀ ਨੂੰ ਵਾਪਸ ਭੇਜੋ। ਰਮਾ ਦੀਆਂ ਗੱਲਾਂ ਸੁਣ ਕੇ ਮੈਨੂੰ ਉਸਦੇ ਉੱਪਰ ਪੱਕਾ ਸ਼ੱਕ ਹੋ ਗਿਆ ਸੀ। ਮੈਂ ਚੁੱਪ ਕਰਕੇ ਸੌਣ ਦੇ ਲਈ ਲੇਟ ਗਿਆ। ਮੈਂ ਦੇਖਣਾ ਚਾਹੁੰਦਾ ਸੀ ਕਿ ਰਮਾ ਹੁਣ ਕੀ ਕਰੇਗੀ। ਅਗਲੇ ਦਿਨ ਰਮਾ ਭੱਜ ਕੇ ਘਰ ਦੇ ਸਾਰੇ ਕੰਮ ਕਰਦੀ ਰਹੀ। ਉਸਨੇ ਦੀਦੀ ਨੂੰ ਰਸੋਈ ਵਿੱਚ ਜਾਣ ਤੋਂ ਸਖਤੀ ਨਾਲ ਮਨਾ ਕਰ ਦਿੱਤਾ ਸੀ ਤੇ ਫਿਰ ਉਸਨੇ 40 ਰੋਟੀਆਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਸੀ। ਮੈਂ ਚੁੱਪ ਕਰਕੇ ਆਫਿਸ ਚਲਾ ਗਿਆ ਸੀ। ਮੈਂ ਜਾਣਦਾ ਸੀ ਕਿ ਜਦੋਂ ਸ਼ਾਮ ਨੂੰ ਘਰ ਵਾਪਸ ਆਵਾਂਗਾ ਤਾਂ ਦੀਦੀ ਮੈਨੂੰ ਸਾਰੀ ਦਾਸਤਾਨ ਸੁਣਾ ਦੇਵੇਗੀ। ਪਰ ਇੱਥੇ ਤਾਂ ਮਾਮਲਾ ਹੀ ਉਲਟਾ ਹੋ ਗਿਆ ਸੀ। ਮੈਂ ਘਰ ਵਾਪਸ ਆਇਆ ਤਾਂ ਮੇਰੀ ਦੀਦੀ ਕਿਤੇ ਵੀ ਨਜ਼ਰ ਨਾ ਆਈ। ਮੈਂ ਰਮਾ ਨੂੰ ਉਹਨਾਂ ਦੇ ਬਾਰੇ ਪੁੱਛਿਆ ਤਾਂ ਉਹ ਬੋਲੀ ਉਹਨਾਂ ਦੀ ਸੱਸ ਦੀ ਤਬੀਅਤ ਵਿਗੜ ਗਈ ਸੀ, ਇਸ ਕਰਕੇ ਚਲੀ ਗਈ। ਥੋੜੀ ਦੇਰ ਬਾਅਦ ਦੀਦੀ ਦਾ ਫੋਨ ਆ ਗਿਆ। ਉਹ ਬਹੁਤ ਗੁੱਸੇ ਵਿੱਚ ਲੱਗ ਰਹੀ ਸੀ। ਉਹ ਬੋਲੀ ਤੇਰੀ ਪਤਨੀ ਨੇ ਮੈਨੂੰ ਘਰੋਂ ਬੇਇੱਜ਼ਤ ਕਰਕੇ ਕੱਢ ਦਿੱਤਾ ਹੈ। ਹੁਣ ਜਦੋਂ ਤੱਕ ਤੂੰ ਉਸ ਨੂੰ ਤਲਾਕ ਨਹੀਂ ਦਿੰਦਾ ਮੈਂ ਉਸ ਘਰ ਵਿੱਚ ਨਹੀਂ ਆਵਾਂਗੀ। ਮੈਂ ਤਾਂ ਹੈਰਾਨ ਸੀ ਕਿ ਆਖਿਰ ਇਹ ਸਭ ਕੀ ਹੋ ਰਿਹਾ ਹੈ, ਕਿਉਂ ਹੋ ਰਿਹਾ ਹੈ। ਮੈਂ ਚੁੱਪ ਕਰਕੇ ਰਹਿ ਗਿਆ ਸੀ। ਮੈਂ ਰਮਾ ਨੂੰ ਕੁਝ ਵੀ ਨਹੀਂ ਦੱਸਿਆ ਸੀ ਕਿ ਦੀਦੀ ਨੇ ਮੈਨੂੰ ਫੋਨ ਕਰਕੇ ਸਭ ਦੱਸ ਦਿੱਤਾ ਹੈ। ਮੈਂ ਤਾਂ ਖਾਮੋਸ਼ੀ ਨਾਲ ਅੱਗੇ ਦੇਖਣਾ ਚਾਹੁੰਦਾ ਸੀ ਕਿ ਆਖਿਰ ਅੱਗੇ ਹੁੰਦਾ ਕੀ ਹੈ। ਰਮਾ ਮਾਂ ਦੀ ਦੇਖਭਾਲ ਕਰ ਰਹੀ ਸੀ ਤੇ ਮੈਂ ਕੋਲ ਹੀ ਬੈਠਾ ਉਸ ਦਾ ਮਾਸੂਮ ਜਿਹਾ ਚਿਹਰਾ ਦੇਖ ਰਿਹਾ ਸੀ। ਰਮਾ ਇਦਾਂ ਦੀ ਲੱਗਦੀ ਤਾਂ ਨਹੀਂ ਸੀ ਜਿੱਦਾਂ ਦੀ ਉਹ ਹਰਕਤਾਂ ਕਰ ਰਹੀ ਸੀ। ਝੂਠ ਵੀ ਬੋਲਦੀ ਸੀ। ਮੈਂ ਇਹ ਫੈਸਲਾ ਕਰ ਤਾਂ ਚੁੱਕਿਆ ਸੀ ਕਿ ਮੈਂ ਇੱਕ ਝੂਠੀ ਤੇ ਮਕਾਰ ਲੜਕੀ ਨਾਲ ਨਹੀਂ ਰਵਾਂਗਾ। ਇਹ ਲੜਕੀ ਤਾਂ ਮੇਰੀ ਪਰਵਾਹ ਹੀ ਨਹੀਂ ਕਰਦੀ। ਇਦਾਂ ਦੇ ਵਿਆਹ ਦਾ ਤਾਂ ਮੈਂ ਕਰਨਾ ਵੀ ਕੀ ਹੈ। ਮੈਂ ਸੋਚ ਲਿਆ ਸੀ ਕਿ ਕੁਝ ਦਿਨ ਰੁਕ ਕੇ ਮੈਂ ਇਸ ਦਾ ਰਾਜ ਮੁਕੰਮਲ ਜਾਣ ਕੇ ਹੀ ਰਵਾਂਗਾ। ਪਰ ਫਿਰ ਮੇਰੇ ਦਿਲ ਵਿੱਚ ਖਿਆਲ ਆਇਆ ਕਿ ਜਦੋਂ ਤੋਂ ਮੇਰਾ ਵਿਆਹ ਰਮਾ ਨਾਲ ਹੋਇਆ ਸੀ ਮੇਰੀ ਕਮਾਈ ਮੇਰੇ ਰਿਜ਼ਕ ਵਿੱਚ ਬਰਕਤ ਹੋਈ ਸੀ। ਮੇਰੀ ਪ੍ਰਮੋਸ਼ਨ ਜੋ ਕਿ 2 ਸਾਲਾਂ ਤੋਂ ਰੁਕੀ ਹੋਈ ਸੀ ਉਹ 2 ਹੀ ਹਫ਼ਤਿਆਂ ਵਿੱਚ ਹੋ ਗਈ ਸੀ। ਮੇਰੀ ਤਨਖਾਹ ਵੀ ਵੱਧ ਗਈ ਸੀ। ਦਿਲ ਡਰਦਾ ਸੀ ਕਿ ਇਦਾਂ ਨਾ ਹੋਵੇ ਕਿ ਮੈਂ ਰਮਾ ਨੂੰ ਛੱਡ ਦੇਵਾਂ ਤੇ ਰੱਬ ਮੇਰੇ ਨਾਲ ਨਾਰਾਜ਼ ਹੋ ਕੇ ਆਪਣੀਆਂ ਰਹਿਮਤਾਂ ਖੋਹ ਲਵੇ। ਅਗਲੇ ਦਿਨ ਫਿਰ ਤੋਂ ਰਮਾ 40 ਪੇੜੇ ਕਰਕੇ ਬੈਠੀ ਸੀ। ਮੈਂ ਕਿਹਾ ਰਮਾ ਇੰਨੀਆਂ ਰੋਟੀਆਂ ਤੂੰ ਖਾ ਕਿੱਦਾਂ ਲੈਣੀ ਐ? ਉਹ ਹੱਸ ਕੇ ਬੋਲੀ ਬਸ ਖਾ ਹੀ ਲੈਣੀ ਆ। ਉਸ ਨੂੰ ਹੱਸਦਾ ਦੇਖ ਮੈਨੂੰ ਹੌਸਲਾ ਮਿਲਿਆ। ਮੈਂ ਕਿਹਾ ਪਰ ਤੈਨੂੰ ਇਹ ਖਾਣਾ ਲੱਗਦਾ ਤਾਂ ਨਹੀਂ, ਤੂੰ ਪਹਿਲਾਂ ਦੀ ਤਰ੍ਹਾਂ ਹੀ ਦੁਬਲੀ ਪਤਲੀ ਹੈ। ਉਹ ਇੱਕਦਮ ਨਾਲ ਚੁੱਪ ਹੋ ਗਈ ਤੇ ਰੋਣ ਲੱਗ ਪਈ। ਹੁਣ ਮੈਂ ਇਸ ਨਵੀਂ ਆਫਤ ਤੇ ਘਬਰਾ ਕੇ ਹੀ ਰਹਿ ਗਿਆ ਸੀ। ਮੈਂ ਕਿਹਾ ਕੀ ਹੋਇਆ, ਤੂੰ ਰੋ ਕਿਉਂ ਰਹੀ ਐ? ਰਮਾ ਬੋਲੀ ਮਾਂ ਬਾਪ ਦੇ ਘਰ ਮੈਨੂੰ ਇਦਾਂ ਕਦੀ ਕਿਸੇ ਨੇ ਰੋਕਿਆ ਨਹੀਂ ਸੀ। ਪਰ ਸੱਚ ਹੀ ਕਹਿੰਦੇ ਹਨ ਕਿ ਜ਼ਿੰਦਗੀ ਤਾਂ ਸਿਰਫ ਵਿਆਹ ਤੋਂ ਪਹਿਲਾਂ ਵਾਲੀ ਹੁੰਦੀ ਹੈ, ਬਾਅਦ ਵਿੱਚ ਤਾਂ ਪਤੀ ਦੀ ਗੁਲਾਮੀ ਕਰਨੀ ਪੈਂਦੀ ਹੈ। ਮੈਨੂੰ ਰਮਾ ਦੀ ਗੱਲ ਬਿਲਕੁਲ ਵੀ ਚੰਗੀ ਨਹੀਂ ਲੱਗੀ ਸੀ। ਮੈਂ ਚੁੱਪ ਕਰ ਗਿਆ ਸੀ। ਦਿਲ ਹੀ ਦਿਲ ਸੋਚਿਆ ਕਿ ਇਹ ਤਾਂ ਮੇਰੀ ਹਰ ਗੱਲ ਨੂੰ ਫੜ ਲੈਂਦੀ ਹੈ। ਮੈਂ ਉੱਠ ਕੇ ਆਫਿਸ ਦੇ ਲਈ ਨਿਕਲ ਆਇਆ ਤੇ ਅੱਧੇ ਰਸਤੇ ਵਿੱਚ ਯਾਦ ਆਇਆ ਕਿ ਆਫਿਸ ਦੀ ਇੱਕ ਫਾਈਲ ਤਾਂ ਘਰ ਹੀ ਛੱਡ ਆਇਆ। ਜੇ ਰਮਾ ਮੇਰਾ ਦਿਮਾਗ ਖਰਾਬ ਨਾ ਕਰਦੀ ਤਾਂ ਮੈਂ ਇਹ ਗਲਤੀ ਕਦੀ ਨਾ ਕਰਦਾ। ਮੈਨੂੰ ਤਾਂ ਪਹਿਲਾਂ ਹੀ ਆਫਿਸ ਤੋਂ ਦੇਰ ਹੋ ਰਹੀ ਸੀ। ਮੈਂ ਵਾਪਸ ਆਇਆ ਤਾਂ ਇਹ ਦੇਖ ਕੇ ਹੈਰਾਨ ਰਹਿ ਗਿਆ ਸੀ ਕਿ ਇੱਕ ਸਬਜ਼ੀ ਵਾਲਾ ਮੇਰੇ ਘਰ ਦੇ ਸਾਹਮਣੇ ਖੜਾ ਕਿਸੇ ਨਾਲ ਹੱਸ-ਹੱਸ ਕੇ ਗੱਲਾਂ ਕਰ ਰਿਹਾ ਸੀ। ਉਹ ਬੜੇ ਬੇਫਿਕਰੇ ਅੰਦਾਜ਼ ਵਿੱਚ ਖੜਾ ਸੀ। ਮੈਂ ਅੱਗੇ ਵਧਦਾ ਗਿਆ ਤਾਂ ਮੇਰੀ ਨਜ਼ਰ ਰਮਾ ਤੇ ਪਈ। ਉਹ ਵੀ ਉਸ ਰੇਹੜੀ ਵਾਲੇ ਨਾਲ ਬੜੀ ਫੁਰਸਤ ਨਾਲ ਗੱਲਾਂ ਕਰ ਰਹੀ ਸੀ। ਜਿੱਦਾਂ ਹੀ ਉਹਨਾਂ ਦੀ ਨਜ਼ਰ ਮੇਰੇ ਉੱਤੇ ਪਈ ਤਾਂ ਉਹਨਾਂ ਦੀ ਹਾਲਤ ਵੀ ਖਰਾਬ ਹੋ ਗਈ ਸੀ। ਉਹ ਰੇਹੜੀ ਵਾਲਾ ਰੇਹੜੀ ਅੱਗੇ ਲੈ ਕੇ ਚਲਾ ਗਿਆ ਜਦ ਕਿ ਰਮਾ ਘਰ ਦੇ ਅੰਦਰ ਚਲੀ ਗਈ। ਉਹ ਡਰ ਦੇ ਨਾਲ ਝਾੜੂ ਫੜ ਕੇ ਫੇਰਨ ਲੱਗ ਪਈ। ਮੈਂ ਬਿਨਾਂ ਕੁਝ ਕਹੇ ਆਪਣੀ ਫਾਈਲ ਚੁੱਕੀ ਤੇ ਬਾਹਰ ਆ ਗਿਆ। ਫਿਰ ਕੁਝ ਯਾਦ ਆਇਆ ਤੇ ਵਾਪਸ ਆਇਆ। ਰਮਾ ਨੂੰ ਕਿਹਾ ਜੇ ਸਬਜ਼ੀ ਜਾਂ ਘਰ ਦੇ ਕਿਸੇ ਦੂਜੇ ਸਮਾਨ ਦੀ ਜ਼ਰੂਰਤ ਹੁੰਦੀ ਹੈ ਤਾਂ ਇੱਕ ਪਰਚੀ ਤੇ ਲਿਖ ਕੇ ਮੈਨੂੰ ਦੇ ਦਿਆ ਕਰੋ, ਮੈਂ ਆਫਿਸ ਤੋਂ ਵਾਪਸੀ ਦੇ ਸਮੇਂ ਲੈ ਆਇਆ ਕਰਾਂਗਾ। ਰਮਾ ਨੇ ਸਿਰ ਹਿਲਾ ਦਿੱਤਾ ਸੀ। ਮੈਂ ਉਲਝਿਆ ਹੋਇਆ ਸੀ ਕਿ ਮੇਰੀਆਂ ਅੱਖਾਂ ਦੇ ਸਾਹਮਣਿਓਂ ਉਹ ਮੰਜ਼ਰ ਨਹੀਂ ਹਟ ਰਿਹਾ ਸੀ। ਮੇਰੇ ਦਿਮਾਗ ਵਿੱਚ ਤਰ੍ਹਾਂ ਦੇ ਖਿਆਲ ਆ ਰਹੇ ਸੀ। ਮੈਂ ਸੋਚਿਆ ਅਗਲੇ ਦਿਨ ਮੈਂ ਫਿਰ ਤੋਂ ਇਸੇ ਸਮੇਂ ਘਰ ਵਾਪਸ ਆਵਾਂਗਾ ਤੇ ਜਾ ਕੇ ਦੇਖਾਂਗਾ ਕਿ ਕੀ ਮਾਮਲਾ ਹੈ।
ਉਦੋਂ ਤੱਕ ਮੈਂ ਆਪਣੇ ਆਪ ਨੂੰ ਤਸੱਲੀ ਦੇ ਕੇ ਰੱਖੀ ਸੀ ਕਿ ਮੇਰੇ ਦਿਮਾਗ ਵਿੱਚ ਆਉਣ ਵਾਲੇ ਖਿਆਲ ਗਲਤ ਹੋਣ। ਘਰ ਦੇ ਸਾਰੇ ਕੰਮ ਰਮਾ ਬਹੁਤ ਚੰਗੀ ਤਰ੍ਹਾਂ ਕਰ ਰਹੀ ਸੀ। ਮਾਂ ਦੀ ਸਿਹਤ ਵਿੱਚ ਵੀ ਸੁਧਾਰ ਆ ਗਿਆ ਸੀ। ਅੱਜ ਆਫਿਸ ਵਿੱਚ ਮੇਰਾ ਬਿਲਕੁਲ ਵੀ ਦਿਲ ਨਹੀਂ ਲੱਗ ਰਿਹਾ ਸੀ। ਮੈਨੂੰ ਇਹੀ ਖਿਆਲ ਆ ਰਿਹਾ ਸੀ ਕਿ ਮੈਂ ਘਰ ਜਾ ਕੇ ਆਪਣੀ ਪਤਨੀ ਦਾ ਰਾਜ਼ ਫਾਸ਼ ਕਰ ਦੇਵਾਂ। ਮੈਂ ਆਫਿਸ ਤੋਂ ਛੁੱਟੀ ਲੈ ਕੇ ਘਰ ਦੇ ਵੱਲ ਚੱਲ ਪਿਆ। ਮੈਂ ਇੱਕ ਗਲੀ ਛੱਡ ਕੇ ਖੜਾ ਹੋਇਆ ਸੀ। ਇੱਥੋਂ ਮੈਨੂੰ ਆਪਣਾ ਘਰ ਸਾਫ਼ ਦਿਖਾਈ ਦੇ ਰਿਹਾ ਸੀ, ਪਰ ਮੈਨੂੰ ਕੋਈ ਵੀ ਦੇਖ ਨਹੀਂ ਪਾ ਰਿਹਾ ਸੀ। ਮੈਂ ਇੱਦਾਂ ਹੀ ਥੋੜੀ ਦੇਰ ਲੁਕ ਕੇ ਖੜਾ ਰਿਹਾ, ਪਰ ਮੈਨੂੰ ਕੋਈ ਸਬਜ਼ੀ ਵਾਲਾ ਨਜ਼ਰ ਨਾ ਆਇਆ। ਦਿਲ ਵਿੱਚ ਇਹੀ ਖਿਆਲ ਆਇਆ ਕਿ ਸ਼ਾਇਦ ਮੈਂ ਲੇਟ ਹੋ ਗਿਆ ਹਾਂ। ਮੈਂ ਮੌਸ ਹੋ ਕੇ ਵਾਪਸ ਹੀ ਜਾਣ ਲੱਗਾ ਸੀ ਜਦੋਂ ਮੈਨੂੰ ਸਾਹਮਣੇ ਤੋਂ ਉਹੀ ਸਬਜ਼ੀ ਵਾਲਾ ਦਿਖਾਈ ਦਿੱਤਾ। ਉਸ ਦੀ ਰੇਹੜੀ ਤੇ ਤਾਜ਼ੀ ਸਬਜ਼ੀ ਪਈ ਹੋਈ ਸੀ। ਉਹ ਇੱਧਰ ਉੱਧਰ ਆਵਾਜ਼ਾਂ ਦੇ ਰਿਹਾ ਸੀ। ਫਿਰ ਮੇਰੇ ਘਰ ਦੇ ਸਾਹਮਣੇ ਜਾ ਕੇ ਖੜਾ ਹੋ ਗਿਆ। ਥੋੜੀ ਦੇਰ ਬਾਅਦ ਰਮਾ ਘਰੋਂ ਨਿਕਲੀ। ਉਸਨੇ ਆਪਣੀ ਚਾਦਰ ਵਿੱਚ ਕੁਝ ਲੁਕੋ ਕੇ ਰੱਖਿਆ ਸੀ, ਜਿਸ ਨੂੰ ਉਸਨੇ ਸੀਨੇ ਨਾਲ ਲਗਾਇਆ ਹੋਇਆ ਸੀ। ਇੱਦਾਂ ਲੱਗਦਾ ਸੀ ਜਿੱਦਾਂ ਉਹ ਚਾਦਰ ਵਿੱਚ ਕੋਈ ਨੰਨਾ ਜਿਹਾ ਵਜੂਦ ਲੁਕਿਆ ਹੋਵੇ, ਜੋ ਰਮਾ ਨੇ ਉਸ ਸਬਜ਼ੀ ਵਾਲੇ ਨੂੰ ਸੌਂਪ ਦਿੱਤਾ ਹੋਵੇ। ਮੇਰਾ ਤਾਂ ਦਿਲ ਹੀ ਬੈਠ ਗਿਆ ਸੀ। ਇਹ ਕਿਸ ਦਾ ਬੱਚਾ ਸੀ ਜੋ ਰਮਾ ਨੇ ਉਸ ਦੇ ਹਵਾਲੇ ਕੀਤਾ ਸੀ। ਫਿਰ ਸਬਜ਼ੀ ਵਾਲਾ ਉੱਥੋਂ ਅੱਗੇ ਵੱਧ ਗਿਆ। ਮੈਂ ਆਪਣੇ ਦਿਲ ਤੇ ਕਾਬੂ ਕਰਕੇ ਉੱਥੇ ਹੀ ਬੈਠ ਗਿਆ। ਜੋ ਕੁਝ ਵੀ ਹੋ ਰਿਹਾ ਸੀ ਬਿਲਕੁਲ ਵੀ ਠੀਕ ਨਹੀਂ ਹੋ ਰਿਹਾ ਸੀ। ਖੈਰ, ਹੁਣ ਤਾਂ ਮੇਰੇ ਵਿੱਚ ਪਹੇਲੀਆਂ ਬੁੱਝਣ ਦੀ ਹਿੰਮਤ ਵੀ ਨਹੀਂ ਸੀ। ਇਸ ਕਰਕੇ ਮੈਂ ਫੈਸਲਾ ਕਰ ਲਿਆ ਸੀ ਕਿ ਜਾਂ ਤਾਂ ਆਰ ਹੋਵੇਗਾ ਜਾਂ ਤਾਂ ਪਾਰ। ਮੈਂ ਸੋਚ ਲਿਆ ਸੀ ਕਿ ਮੈਂ ਘਰ ਵਿੱਚ ਰਹਿ ਕੇ ਹੀ ਰਮਾ ਦੀਆਂ ਸਰਗਰਮੀਆਂ ਤੇ ਨਜ਼ਰ ਰੱਖਾਂਗਾ। ਰਾਤ ਮੈਂ ਕੰਢਿਆਂ ਤੇ ਲੇਟਦੇ ਹੋਏ ਗੁਜ਼ਾਰੀ ਸੀ। ਸਵੇਰ ਹੋਈ, ਮੈਂ ਰੋਜ਼ਾਨਾ ਦੇ ਵਾਂਗ ਨਾਸ਼ਤਾ ਕੀਤਾ। ਰਮਾ ਰੋਟੀਆਂ ਬਣਾਉਂਦੀ ਜਾ ਰਹੀ ਸੀ। ਮੈਂ ਦਿਖਾਵੇ ਦੇ ਲਈ ਤਿਆਰ ਹੋ ਗਿਆ ਤੇ ਰਮਾ ਨੂੰ ਚਕਮਾ ਦੇ ਕੇ ਕਮਰੇ ਵਿੱਚ ਜਾ ਕੇ ਬੈੱਡ ਦੇ ਪਿੱਛੇ ਲੁਕ ਗਿਆ। ਉਹ ਰੋਟੀਆਂ ਬਣਾਉਣ ਵਿੱਚ ਇਸ ਕਦਰ ਰੁੱਝੀ ਹੋਈ ਸੀ ਕਿ ਉਸਨੂੰ ਪਤਾ ਹੀ ਨਾ ਲੱਗਾ ਕਿ ਮੈਂ ਆਫਿਸ ਨਹੀਂ ਗਿਆ ਹਾਂ। ਉਹ 40 ਰੋਟੀਆਂ ਬਣਾ ਕੇ ਹਟੀ, ਜਾ ਕੇ ਮਾਂ ਦੇ ਕੋਲ ਬੈਠ ਗਈ। ਜਾ ਕੇ ਮੈਂ ਆਪਣੇ ਕਮਰੇ ਦੀ ਖਿੜਕੀ 'ਚੋਂ ਇਹ ਸਭ ਦੇਖ ਰਿਹਾ ਸੀ। ਉਸਨੇ ਮਾਂ ਨੂੰ ਖਾਣਾ ਖਵਾਇਆ ਤੇ ਫਿਰ ਬੜੇ ਪਿਆਰ ਨਾਲ ਮਾਂ ਨੂੰ ਦਵਾਈ ਖਵਾ ਕੇ ਲਿਟਾ ਦਿੱਤਾ। ਫਿਰ ਉਹ ਪੂਰੇ ਘਰ ਦੀ ਸਫਾਈ ਕਰਨ ਲੱਗ ਪਈ ਸੀ। ਇੱਧਰੋਂ ਹਵੇਲੀ ਹੋ ਕੇ ਫਿਰ ਉਹ ਬਾਥਰੂਮ ਵਿੱਚ ਚਲੀ ਗਈ। ਮੈਂ ਜਲਦੀ ਨਾਲ ਕਮਰੇ ਵਿੱਚੋਂ ਨਿਕਲਿਆ ਤੇ ਘਰ ਨੂੰ ਚੈੱਕ ਕਰਨ ਲੱਗ ਪਿਆ ਸੀ। ਸਾਰਾ ਕੁਝ ਨਾਰਮਲ ਸੀ। ਮੈਨੂੰ ਕੁਝ ਵੀ ਗੈਰ ਮਾਮੂਲੀ ਨਜ਼ਰ ਨਹੀਂ ਆਇਆ। ਮੈਂ ਇੱਧਰ ਉੱਧਰ ਘੁੰਮ ਫਿਰ ਕੇ ਬੱਚਿਆਂ ਦੀ ਵੀ ਤਲਾਸ਼ ਕੀਤੀ, ਪਰ ਮੈਨੂੰ ਉਹ ਵੀ ਨਜ਼ਰ ਨਾ ਆਇਆ। ਫਿਰ ਬਾਥਰੂਮ ਦਾ ਦਰਵਾਜ਼ਾ ਖੁੱਲ੍ਹਣ ਦੀ ਆਵਾਜ਼ ਆਈ ਤਾਂ ਮੈਂ ਫਿਰ ਤੋਂ ਕਮਰੇ ਵਿੱਚ ਲੁਕ ਗਿਆ। ਰਮਾ ਨਹਾ ਕੇ ਨਿਕਲੀ ਸੀ। ਉਸਨੇ ਸਾਫ਼ ਸੁਥਰੇ ਕੱਪੜੇ ਪਾਏ ਹੋਏ ਸੀ। ਇਹਨੇ ਵਿੱਚ ਸਬਜ਼ੀ ਵਾਲੇ ਦੀ ਆਵਾਜ਼ ਆਉਣ ਲੱਗ ਪਈ। ਰਮਾ ਜਲਦੀ ਨਾਲ ਰਸੋਈ ਦੇ ਵੱਲ ਵਧੀ। ਮੈਂ ਵੀ ਥੋੜਾ ਜਿਹਾ ਅੱਗੇ ਹੋ ਕੇ ਦੇਖਣ ਲੱਗ ਪਿਆ ਸੀ। ਮੈਂ ਰਮਾ ਦੀਆਂ ਸਰਗਰਮੀਆਂ ਤੇ ਬਹੁਤ ਗਹਿਰੀ ਨਜ਼ਰ ਰੱਖੀ ਹੋਈ ਸੀ। ਰਮਾ ਨੇ ਇੱਕ ਵੱਡੀ ਜਿਹੀ ਚਾਦਰ ਚੁੱਕੀ ਤੇ ਉਸ ਨੂੰ ਬਾਹਰ ਲੈ ਆਈ। ਉਸਨੇ ਉਹ ਚਾਦਰ ਮੰਜੇ ਤੇ ਰੱਖ ਕੇ ਸਹੀ ਕੀਤੀ ਤਾਂ ਮੇਰਾ ਦਿਲ ਅਜੀਬ ਹੀ ਤਰ੍ਹਾਂ ਨਾਲ ਧੜਕਣ ਲੱਗ ਪਿਆ ਸੀ, ਕਿਉਂਕਿ ਇਸ ਚਾਦਰ ਵਿੱਚ ਕੋਈ ਬੱਚਾ ਨਹੀਂ ਸੀ, ਬਲਕਿ ਇਹਦੇ ਵਿੱਚ ਤਾਂ ਰੋਟੀਆਂ ਸੀ। ਫਿਰ ਉਹ ਰੋਟੀਆਂ ਚੁੱਕ ਕੇ ਬਾਹਰ ਚਲੀ ਗਈ। ਉਹ ਸਬਜ਼ੀ ਵਾਲੇ ਨੂੰ ਫੜਾ ਕੇ ਵਾਪਸ ਘਰ ਆ ਗਈ ਸੀ। ਮੈਂ ਵੀ ਕਮਰੇ ਵਿੱਚੋਂ ਨਿਕਲ ਆਇਆ। ਮੈਨੂੰ ਦੇਖ ਕੇ ਰਮਾ ਡਰ ਗਈ ਸੀ। ਮੈਂ ਕਿਹਾ, ਰਮਾ, ਇਹ ਰੋਟੀਆਂ ਤਾਂ ਤੂੰ ਖਾਂਦੀ ਸੀ ਨਾ, ਫਿਰ ਅੱਜ ਇਹ ਸਬਜ਼ੀ ਵਾਲੇ ਨੂੰ ਕਿਉਂ ਫੜਾ ਦਿੱਤੀਆਂ? ਰਮਾ ਬੋਲੀ, ਤੁਸੀਂ ਮੇਰਾ ਸੱਚ ਜਾਣਨਾ ਚਾਹੁੰਦੇ ਹੋ? ਮੈਂ ਹਾਂ ਵਿੱਚ ਸਿਰ ਹਿਲਾ ਦਿੱਤਾ। ਉਹ ਬੋਲੀ, ਅਸੀਂ ਸਬਜ਼ੀ ਵਾਲੇ ਦੇ ਪਿੱਛੇ ਚੱਲਦੇ ਹਾਂ। ਮੈਨੂੰ ਰਮਾ ਦੀ ਗੱਲ ਤੇ ਗੁੱਸਾ ਤਾਂ ਬਹੁਤ ਆਇਆ ਸੀ, ਪਰ ਮੈਂ ਹਕੀਕਤ ਜਾਣਨ ਲਈ ਬੇਚੈਨ ਸੀ। ਇਸ ਕਰਕੇ ਮੈਂ ਉਸ ਦੀ ਗੱਲ ਮੰਨ ਲਈ ਸੀ। ਅਸੀਂ ਦੋਨੋਂ ਚੋਰੀ ਲੁਕ ਕੇ ਉਸ ਰੇਹੜੀ ਵਾਲੇ ਦੇ ਪਿੱਛੇ ਜਾ ਰਹੇ ਸੀ। ਫਿਰ ਉਹ ਸਬਜ਼ੀ ਵਾਲਾ ਇੱਕ ਵੱਡੀ ਜਿਹੀ ਇਮਾਰਤ ਦੇ ਕੋਲ ਜਾ ਕੇ ਲੁਕ ਗਿਆ ਸੀ, ਜਿਸ ਤੇ ਲਿਖਿਆ ਹੋਇਆ ਸੀ ਯਤੀਮਖਾਨਾ। ਯਤੀਮਖਾਨੇ ਦੇ ਕੋਲ ਰੁਕ ਕੇ ਮੈਂ ਆਪਣੀ ਪਤਨੀ ਦੇ ਵੱਲ ਦੇਖਿਆ ਤਾਂ ਉਹ ਰੋਣ ਲੱਗ ਪਈ। ਉਹ ਬੋਲੀ, ਸ਼ੇਖਰ, ਤੁਸੀਂ ਨਹੀਂ ਜਾਣਦੇ ਕਿ ਮੇਰਾ ਤਾਲੁਕ ਕਿੱਥੋਂ ਹੈ। ਮੈਂ ਹਾਂ ਕੌਣ? ਦਰਅਸਲ ਮੈਂ ਇੱਕ ਯਤੀਮ ਲੜਕੀ ਹਾਂ ਜੋ ਇਸੇ ਤਰ੍ਹਾਂ ਦੇ ਯਤੀਮਖਾਨੇ ਵਿੱਚ ਪੜ੍ਹ ਲਿਖ ਕੇ ਜਵਾਨ ਹੋਈ ਸੀ। ਯਤੀਮਖਾਨੇ ਦੀ ਇੰਚਾਰਜ ਸਾਰੀਆਂ ਲੜਕੀਆਂ ਨੂੰ ਆਪਣੀਆਂ ਬੇਟੀਆਂ ਜ਼ਾਹਿਰ ਕਰਕੇ ਉਹਨਾਂ ਦਾ ਵਿਆਹ ਕਰਵਾ ਦਿੰਦੀ ਸੀ, ਜਿੱਦਾਂ ਉਹਨਾਂ ਨੇ ਮੇਰੀ ਵਾਰੀ ਕੀਤਾ ਸੀ।
ਤੁਸੀਂ ਤਾਂ ਇਹੀ ਸਮਝਦੇ ਹੋ ਕਿ ਮੈਂ ਉਸ ਇੰਚਾਰਜ ਦੀ ਬੇਟੀ ਹਾਂ, ਪਰ ਇਹ ਹਕੀਕਤ ਨਹੀਂ ਹੈ। ਮੇਰੇ ਵਿਆਹ ਤੋਂ ਬਾਅਦ ਮੇਰੀ ਇੰਚਾਰਜ ਦਾ ਫੋਨ ਆਇਆ ਸੀ। ਉਹਨਾਂ ਨੇ ਮੈਨੂੰ ਦੱਸਿਆ ਕਿ ਉਹਨਾਂ ਨੇ ਇੱਕ ਯਤੀਮਖਾਨਾ ਖੋਲ੍ਹਿਆ ਹੈ, ਜਿਸ ਵਿੱਚ ਹਜੇ ਸਿਰਫ 20 ਬੱਚੇ ਹੀ ਆਏ ਹਨ। ਮੈਂ ਉਹਨਾਂ ਨਾਲ ਵਾਅਦਾ ਕੀਤਾ ਕਿ ਮੈਂ 40 ਰੋਟੀਆਂ ਭੇਜ ਦੇਵਾ ਕਰਾਂਗੀ। ਤੁਹਾਨੂੰ ਇਸ ਕਰਕੇ ਨਹੀਂ ਪੁੱਛਿਆ ਕਿਉਂਕਿ ਮੈਂ ਤੁਹਾਡੇ ਸੁਭਾਅ ਤੋਂ ਵਾਕਿਫ ਸੀ। ਮੈਂ ਨਹੀਂ ਜਾਣਦੀ ਸੀ ਕਿ ਤੁਸੀਂ ਮੈਨੂੰ ਇਹ ਕੰਮ ਜਾਰੀ ਰੱਖਣ ਦੀ ਇਜਾਜ਼ਤ ਦਿਓਗੇ ਕਿ ਨਹੀਂ। ਰਹੀ ਗੱਲ ਉਸ ਸਬਜ਼ੀ ਵਾਲੇ ਦੀ, ਤਾਂ ਉਸ ਦਾ ਬੰਦੋਬਸਤ ਮੇਰੀ ਇੰਚਾਰਜ ਨੇ ਹੀ ਕੀਤਾ ਸੀ। ਉਹੀ ਉਸ ਨੂੰ ਹਰ ਰੋਜ਼ ਇੱਥੇ ਭਿਜਵਾ ਕੇ ਰੋਟੀਆਂ ਮੰਗਵਾਉਣ ਲੈਂਦੀ ਸੀ। ਹੁਣ ਹਕੀਕਤ ਮੇਰੇ ਸਾਹਮਣੇ ਸੀ। ਮੈਂ ਆਪਣੀਆਂ ਹੀ ਨਜ਼ਰਾਂ ਵਿੱਚ ਗਿਰ ਗਿਆ ਸੀ। ਨਾ ਜਾਣੇ ਆਪਣੀ ਪਤਨੀ ਤੇ ਕੀ ਸ਼ੱਕ ਕਰਨ ਲੱਗ ਪਿਆ ਸੀ। ਮੈਂ ਰਮਾ ਨੂੰ ਪੁੱਛਿਆ, ਫਿਰ ਤੂੰ ਝੂਠ ਤੇ ਝੂਠ ਕਿਉਂ ਬੋਲ ਰਹੀ ਸੀ? ਤੂੰ ਦੀਦੀ ਨੂੰ ਵੀ ਘਰੋਂ ਕਿਉਂ ਕੱਢਿਆ? ਉਹ ਰੋਣ ਲੱਗ ਪਈ ਤੇ ਬੋਲੀ, ਸ਼ੇਖਰ, ਸਾਡੇ ਵਰਗੇ ਬੱਚੇ ਜੋ ਯਤੀਮਖਾਨੇ ਵਿੱਚ ਪਲਦੇ ਹਨ, ਝੂਠ ਤਾਂ ਉਹਨਾਂ ਦਾ ਬਿਹਤਰੀਨ ਸਾਥੀ ਹੁੰਦਾ ਹੈ। ਅਸੀਂ ਇਸੇ ਝੂਠ ਦਾ ਸਹਾਰਾ ਲੈ ਕੇ ਤਾਂ ਆਪਣੀ ਜਾਨ ਬਚਾਉਂਦੇ ਹਾਂ। ਮੈਂ ਮੰਨਦੀ ਹਾਂ ਕਿ ਮੇਰੇ ਵਿੱਚ ਇਹ ਬੁਰੀ ਆਦਤ ਹੈ, ਪਰ ਮੈਂ ਵਾਅਦਾ ਕਰਦੀ ਹਾਂ ਕਿ ਮੈਂ ਝੂਠ ਨੂੰ ਛੱਡ ਕੇ ਹੀ ਰਵਾਂਗੀ। ਦੀਦੀ ਦੇ ਨਾਲ ਵੀ ਮੈਂ ਇਸੇ ਕਰਕੇ ਕੀਤੀ ਸੀ ਕਿ ਉਹ ਘਰ ਛੱਡ ਕੇ ਚਲੇ ਜਾਣ। ਜੇਕਰ ਉਹ ਨਾ ਜਾਂਦੀ ਤਾਂ ਮੈਨੂੰ ਇਸ ਨੇਕ ਕੰਮ ਤੋਂ ਰੋਕ ਲੈਂਦੀ ਜਾਂ ਫਿਰ ਤੁਹਾਨੂੰ ਦੱਸ ਦਿੰਦੀ, ਪਰ ਮੈਂ ਦੀਦੀ ਨਾਲ ਆਪਣੇ ਰਵੱਈਏ ਕਾਰਨ ਮਾਫੀ ਮੰਗਣ ਲਈ ਤਿਆਰ ਹਾਂ। ਮੈਂ ਰਮਾ ਨੂੰ ਦੇਖਦਾ ਹੀ ਰਹਿ ਗਿਆ ਤੇ ਉਹ ਵਾਕਈ ਬਹੁਤ ਮਾਸੂਮ ਸੀ। ਉਹ ਨੇਕੀ ਵੀ ਇਸ ਤਰ੍ਹਾਂ ਲੁੱਕ ਕੇ ਕਰ ਰਹੀ ਸੀ ਜਿੱਦਾਂ ਕੋਈ ਗੁਨਾਹ ਕਰ ਰਹੀ ਹੋਵੇ। ਹੁਣ ਮੈਨੂੰ ਅਹਿਸਾਸ ਹੋਇਆ ਕਿ ਮੇਰੇ ਰਿਜ਼ਕ ਵਿੱਚ ਬਰਕਤ ਤੇ ਕੰਮ ਵਿੱਚ ਵਾਧਾ ਸਿਰਫ ਰਮਾ ਦੇ ਇਸ ਨੇਕ ਕੰਮ ਕਰਕੇ ਹੋਇਆ। ਮੇਰੇ ਘਰੋਂ ਯਤੀਮ ਬੱਚਿਆਂ ਦੇ ਲਈ ਖਾਣਾ ਜਾਂਦਾ ਸੀ। ਇਸ ਤੋਂ ਵੱਧ ਹੋਰ ਕੀ ਗੱਲ ਹੋ ਸਕਦੀ ਸੀ? ਮੈਂ ਖੁਦ ਹੀ ਆਪਣੀ ਭੈਣ ਦੇ ਘਰ ਚਲਾ ਗਿਆ ਤੇ ਉਹਨਾਂ ਨੂੰ ਸਾਰੀ ਗੱਲ ਦੱਸ ਕੇ ਉਹਨਾਂ ਕੋਲੋਂ ਮਾਫੀ ਮੰਗ ਕੇ ਉਹਨਾਂ ਨਾਲ ਸੁਲਾਹ ਕਰ ਲਈ। ਮੈਂ ਆਪਣੇ ਨਾਲ ਰਮਾ ਨੂੰ ਨਹੀਂ ਲੈ ਕੇ ਆਇਆ ਸੀ ਕਿਉਂਕਿ ਮੈਂ ਉਸ ਨੂੰ ਕਿਸੇ ਦੇ ਸਾਹਮਣੇ ਝੁਕਾਉਣਾ ਨਹੀਂ ਚਾਹੁੰਦਾ ਸੀ। ਦੀਦੀ ਨੇ ਸਾਨੂੰ ਮਾਫ ਕਰ ਦਿੱਤਾ ਸੀ ਤੇ ਉਹ ਮੇਰੇ ਨਾਲ ਮੇਰੇ ਘਰ ਆ ਗਈ ਸੀ। ਮੈਂ ਰੱਬ ਦਾ ਸ਼ੁਕਰ ਕੀਤਾ ਕਿ ਉਸ ਨੇ ਜਜ਼ਬਾਤਾਂ ਵਿੱਚ ਆ ਕੇ ਮੈਨੂੰ ਗਲਤ ਫੈਸਲਾ ਕਰਨ ਤੋਂ ਰੋਕ ਲਿਆ। ਰਮਾ ਦੀ ਹਕੀਕਤ ਮੇਰੇ ਸਾਹਮਣੇ ਰੱਖ ਦਿੱਤੀ ਸੀ। ਸੋ ਗਾਈਜ਼, ਇਹ ਸੀ ਅੱਜ ਦੀ ਕਹਾਣੀ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ।